हेलो गाइस, ਅੱਜ ਸਾਡਾ ਡਿਸਕਸ਼ਨ ਟੌਪਿਕ ਹੈਗਾ ਆ ਹਿਊਮਨ ਹਾਰਟ का ਹਿਊਮਨ ਹਾਰਟ ਬਾਰੇ ਅੱਜ ਅਸੀਂ ਪੜਾਂਗੇ। ਹਿਊਮਨ ਹਾਰਟ ਬਾਰੇ ਡਿਟੇਲਸ, ਹਿਊਮਨ ਹਾਰਟ ਦੀ ਸ਼ੇਪ, ਵੇਟ, ਪੋਜੀਸ਼ਨ, ਹਾਰਟ ਦੀਆਂ ਵਾਲਸ, ਹਾਰਟ ਦੀਆਂ ਕਵਰਿੰਗਸ ਜਿਹੜੀਆਂ ਆ ਆਪਾਂ ਉਹਨਾਂ ਬਾਰੇ ਪੜਾਂਗੇ ਕਿ ਹਾਰਟ ਦੀਆਂ ਜਿਹੜੀਆਂ 3 ਲੇਅਰਸ ਬਾਰੇ ਪੜਾਂਗੇ। ਨੈਕਸਟ ਆਪਾਂ ਪੜਾਂਗੇ ਉਹਦਾ ਫਲੋ ਚਾਰਟ। ਸੋ ਫਸਟ ਜਿਹੜਾ ਹਿਊਮਨ ਹਾਰਟ ਜਿਹੜਾ ਕੀ ਆ, ਇੱਕ ਹੋਲੋ ਔਰਗਨ ਆ, ਮਸਕੂਲਰ ਔਰਗਨ ਆ। ਹਿਊਮਨ ਹਾਰਟ ਇਜ਼ ਅ ਹੋਲੋ ਮਸਕੂਲਰ ਔਰਗਨ। ਠੀਕ ਆ। ਹਿਊਮਨ ਹਾਰਟ ਦੀ ਸ਼ੇਪ ਕਿੱਦਾਂ ਦੀ ਆ? ਲਾਈਕ ਸਾਡੀ ਫਿਸਟ ਸ਼ੇਪ ਹੁੰਦੀ ਆ। ਠੀਕ ਆ। ਇੱਕ ਹਿਊਮਨ ਜਿੱਦਾਂ ਸਾਡੀ ਮੁੱਠੀ ਬੰਦ ਆ ਉਹਦੇ ਵਾਂਗੂ ਇਹਦੀ ਸ਼ੇਪ ਹੁੰਦੀ ਆ, ਫਿਸਟ ਸ਼ੇਪ ਹੁੰਦੀ ਆ। ਠੀਕ ਆ। ਤੇ ਇਹ ਜਿਹੜਾ ਆ ਕਿੱਥੇ ਲਾਈ ਕਰਦਾ ਆ, ਜਿਹੜਾ ਹਿਊਮਨ ਹਾਰਟ ਆ ਸਾਡਾ। ਫਰਦਰ ਆਪਾਂ ਪੜਾਂਗੇ ਅੱਗੇ ਜਿਹੜਾ ਹਿਊਮਨ ਹਾਰਟ ਦਾ ਜਿਹੜਾ ਵੇਟ ਆ। ਹਿਊਮਨ ਹਾਰਟ ਦਾ ਨਾਰਮਲ ਵੇਟ ਜਿਹੜਾ ਹੁੰਦਾ ਆ 225 ਗ੍ਰਾਮ ਇਨ ਫੀਮੇਲ। ਫੀਮੇਲਸ ਦੇ ਵਿੱਚ ਜਿਹੜਾ ਆ ਹਿਊਮਨ ਹਾਰਟ ਦਾ ਵੇਟ 225 ਗ੍ਰਾਮ ਹੁੰਦਾ ਆ, ਔਰ ਇਹਦੇ ਨਾਲੋਂ ਥੋੜ੍ਹਾ ਜਿਹਾ ਜਿਹੜਾ ਹਾਈਅਰ ਵੇਟ ਜਿਹੜਾ ਹੁੰਦਾ, ਹੈਵੀਅਰ ਵੇਟ ਹੁੰਦਾ ਆ, ਉਹ ਮੇਲਸ ਦੇ ਵਿੱਚ ਥੋੜ੍ਹਾ ਜਿਹਾ ਹੈਵੀਅਰ ਹੁੰਦਾ ਆ ਹਾਰਟ। ਨੈਕਸਟ ਇਹਦੀ ਆਪਾਂ ਪੜਾਂਗੇ ਪੋਜੀਸ਼ਨ। ਪੋਜੀਸ਼ਨ ਠੀਕ ਆ। ਹਾਰਟ ਜਿਹੜਾ ਲਾਈ ਕਰਦਾ ਆ ਥੋਰੈਸਿਕ ਕੈਵਿਟੀ ਦੇ ਵਿੱਚ। ਥਰੈਸਿਕ ਕੈਵਿਟੀ ਦੇ ਵਿੱਚ। ਥਰੈਸਿਕ ਕੈਵਿਟੀ ਸਾਡੀ ਕਿਹੜੀ ਆ? ਸਾਡੀ ਚੈਸਟ ਏਰੀਆ ਸਾਡਾ ਜਿਹੜਾ ਆ। ਥਰੈਸਿਕ ਕੈਵਿਟੀ ਦੇ ਵਿੱਚ ਜਿਹੜਾ ਸਾਡੇ ਬਿਟਵੀਨ ਸਾਡੇ ਲੰਗਸ ਦੇ ਵਿੱਚ ਜਿਹੜੀ ਆ, ਫੋਰ ਐਗਜ਼ਾਮਪਲ ਆਹ ਸਾਡੇ ਲੰਗਸ ਆ। ਠੀਕ ਆ। ਆਹ ਸਾਡੀ ਥਰੈਸਿਕ ਕੈਵਿਟੀ ਆ। ਇੱਥੇ ਸਾਡੇ ਲੰਗਸ ਆ। ਲੰਗਸ ਜਿਹੜੇ ਮਿਡਲ ਵਿੱਚ, ਇੱਥੇ ਸਾਡਾ ਹਾਰਟ ਆ। ਠੀਕ ਆ। ਹਾਰਟ ਦੀ ਜਿਹੜੀ ਪੋਜੀਸ਼ਨ ਆ ਉਹ ਵੈਸੇ ਤਾਂ ਆਪਾਂ ਮਿਡਲ 'ਚ ਮੰਨਦੇ ਆ ਇਹਦੇ, ਬਟ ਇਹ ਜਿਹੜਾ ਆ ਥੋੜ੍ਹਾ ਜਿਹਾ ਲੈਫਟ ਸਾਈਡ ਵੱਲ ਨੂੰ ਹੁੰਦਾ ਆ ਜ਼ਿਆਦਾ ਰਾਈਟ ਸਾਈਡ ਦੇ ਨਾਲੋਂ, ਔਰ ਇਹ ਓਬਲੀਕ ਸ਼ੇਪ ਦੇ ਵਿੱਚ ਹੁੰਦਾ ਆ। ਠੀਕ ਆ। ਓਬਲੀਕ ਸ਼ੇਪ ਦੇ ਵਿੱਚ ਹੁੰਦਾ ਆ। ਨੈਕਸਟ ਆਪਾਂ ਪੜਾਂਗੇ ਹਾਰਟ ਵਾਲਸ। ਹਾਰਟ ਦੀਆਂ ਵਾਲਸ ਜਿਹੜੀਆਂ ਆ ਇਹ 3 ਲੇਅਰਸ ਆਫ ਟਿਸ਼ੂਜ਼ ਦੀਆਂ ਬਣੀਆਂ ਹੁੰਦੀਆਂ ਆ। ਠੀਕ ਆ। ਫਸਟ ਹੁੰਦੀ ਆ ਪੈਰੀਕਾਰਡੀਅਮ। ਠੀਕ ਆ। ਪੈਰੀਕਾਰਡੀਅਮ ਕਿਹੜੀ ਹੁੰਦੀ ਆ? ਆਊਟਰ ਮੋਸਟ ਲੇਅਰ ਆਪਾਂ ਇਹਨੂੰ ਕਹਿੰਦੇ ਆ। ਠੀਕ ਆ। ਪੈਰੀਕਾਰਡੀਅਮ ਦੇ ਲੇਅਰ ਜਿਹੜੀ ਫਸਟ ਹੁੰਦੀ, ਫੋਰ ਐਗਜ਼ਾਮਪਲ ਆਹ ਸਾਡਾ ਹਾਰਟ ਆ, ਜਿਹੜੀ ਇਹਦੀ ਆਊਟਰ ਮੋਸਟ ਲੇਅਰ ਹੁੰਦੀ ਆ ਉਹ ਹੁੰਦੀ ਆ ਪੈਰੀਕਾਰਡੀਅਮ। ਠੀਕ ਆ। ਨੈਕਸਟ ਲੇਅਰ ਹੁੰਦੀ ਆ ਸਾਡੀ ਮਾਇਓਕਾਰਡੀਅਮ। ਮਾਇਓਕਾਰਡੀਅਮ ਜਿਹੜੀ ਲੇਅਰ ਹੁੰਦੀ ਆ ਇਹ ਸਾਡੀ ਆਹ ਹੋ ਗਈ ਸਾਡੀ ਫਸਟ ਲੇਅਰ। ਸੈਕਿੰਡ ਲੇਅਰ ਜਿਹੜੀ ਹੁੰਦੀ ਆ ਉਹ ਸਾਡੀ ਹੁੰਦੀ ਆ ਮਾਇਓਕਾਰਡੀਅਮ ਲੇਅਰ। ਠੀਕ ਹੈ। ਇਹ ਸਪੈਸ਼ਲਾਈਜ਼ਡ ਬਣੀਆਂ ਹੁੰਦੀਆਂ, ਇਹਦੇ ਵਿੱਚ ਸਪੈਸ਼ਲ ਮਸਲ ਹੁੰਦੇ ਆ। ਸਪੈਸ਼ਲਾਈਜ਼ਡ ਮਸਲ ਕਿਹੜੇ ਹੁੰਦੇ ਆ? ਉਹ ਕਾਰਡੀਅਕ। ਠੀਕ ਆ। ਕਾਰਡੀਅਕ ਮਸਲਸ ਹੁੰਦੇ ਆ ਇਹਦੇ ਵਿੱਚ, ਜਿਹੜੇ ਕਿ ਸਪੈਸ਼ਲ ਜਿਹੜੇ ਆ ਉਹ ਹਾਰਟ ਵਿੱਚ ਹੀ ਪਾਏ ਜਾਂਦੇ ਆ। ਥਰਡ ਲੇਅਰ ਹੈਗੀ ਆ ਐਂਡੋਕਾਰਡੀਅਮ। ਐਂਡੋਕਾਰਡੀਅਮ ਜਿਹੜੀ ਆ ਇਹ ਇਨਰ ਲੇਅਰ ਹੁੰਦੀ ਆ, ਇਨਰ ਥਿਨ ਲੇਅਰ ਹੁੰਦੀ ਆ, ਜਿਹੜੇ ਸਾਡੇ ਬਲੱਡ ਫਲੋ ਨੂੰ ਜਿਹੜਾ ਬਹੁਤ ਸਮੂਥਲੀ ਕੈਰੀ ਕਰਦੀ ਆ। ਸੋ ਇਹ ਸਾਡੀ ਜਿਹੜੀ ਹੈਗੀ ਆ ਇਨਰ ਲੇਅਰ ਹੁੰਦੀ ਆ। ਥਰਡ ਲੇਅਰ ਜਿਹੜੀ ਅੰਦਰਲੇ ਪਾਸੇ ਹਾਰਟ ਦੇ ਹੁੰਦੀ ਆ। ਆਹ ਹਾਰਟ ਦੀ ਫਸਟ ਜਿਹੜੀ ਆ ਆਊਟਰ ਲੇਅਰ ਹੈਗੀ ਪੈਰੀਕਾਰਡੀਅਮ, ਮਿਡਲ ਵਾਲੀ ਹੈਗੀ ਮਾਇਓਕਾਰਡੀਅਮ ਜਿਹਦੇ ਵਿੱਚ ਸਪੈਸ਼ਲ ਕਾਰਡੀਅਕ ਮਸਲਸ ਹੁੰਦੇ ਆ। ਥਰਡ ਇਨਰ ਲੇਅਰ ਹੈਗੀ ਆ ਸਾਡੀ ਐਂਡੋਕਾਰਡੀਅਮ, ਜਿੱਥੇ ਜਿਹੜਾ ਸਾਡਾ 4 ਚੈਂਬਰਸ ਦੇ ਵਿੱਚ ਜਿਹੜਾ ਸਾਡਾ ਬਲੱਡ ਫਲੋ ਹੋਣਾ ਹੈ। ਨੈਕਸਟ ਆਪਾਂ ਹਾਰਟ ਬਾਰੇ ਕਰਾਂਗੇ। ਠੀਕ ਆ। ਇੱਧਰ ਹਾਰਟ ਦੀ ਠੀਕ ਆ ਡਾਇਗਰਾਮ ਜਿਹੜੀ ਆ ਉਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਲਿਸਟ ਕਰਾਂਗੇ। ਹਾਰਟ ਦੇ ਚੈਂਬਰਸ। ਠੀਕ ਆ। ਹਾਰਟ ਦੇ ਜਿਹੜੇ ਮੇਨ ਜਿਹੜੇ ਆ 4 ਚੈਂਬਰਸ ਹੁੰਦੇ ਆ, ਰਾਈਟ ਏਟਰੀਅਮ, ਲੈਫਟ ਏਟਰੀਅਮ, ਰਾਈਟ ਵੈਂਟਰੀਕਲ ਔਰ ਲੈਫਟ ਵੈਂਟਰੀਕਲ। ਠੀਕ ਆ। ਹਾਰਟ ਜਿਹੜਾ ਸਾਡਾ ਜਿਹੜਾ 4 ਚੈਂਬਰਸ ਹੁੰਦੇ ਆ। ਨੈਕਸਟ ਆਪਾਂ ਹੁਣ ਇਹਦੇ ਬਾਰੇ ਫਲੋ ਬਾਰੇ ਪੜਾਂਗੇ। ਸੋ ਜਿਹੜਾ ਸਾਡਾ ਨੈਕਸਟ ਇਹਦਾ ਫਲੋ ਕਿੱਦਾਂ ਸਾਡਾ ਹਾਰਟ ਜਿਹੜਾ ਆ ਬਲੱਡ ਫਲੋ ਕਰਦਾ ਆ। ਫਸਟ ਕੀ ਆਪਾਂ ਪੜਾਂਗੇ, ਸਾਡੀਆਂ 2 ਮੇਨ ਵੇਨਸ ਜਿਹੜੀਆਂ ਕੀ ਆ, ਸੁਪੀਰੀਅਰ ਵੇਨਾ ਕਾਵਾ ਔਰ ਇਨਫੀਰੀਅਰ ਵੇਨਾ ਕਾਵਾ। ਸੁਪੀਰੀਅਰ ਵੇਨਾ ਕਾਵਾ ਔਰ ਇਨਫੀਰੀਅਰ ਵੇਨਾ ਕਾਵਾ ਵਿੱਚ ਕੀ ਹੁੰਦਾ ਆ? ਸੁਪੀਰੀਅਰ ਵੇਨਾ ਕਾਵਾ ਮੀਨਸ ਸਾਡੇ ਅੱਪਰ ਬੋਡੀ ਤੋਂ ਜਿਹੜਾ ਬਲੱਡ ਕੈਰੀ ਕਰਦਾ, ਡੀਆਕਸੀਜਨੇਟਡ ਬਲੱਡ ਜਿਹੜੀਆਂ ਕੈਰੀ ਕਰਦੀਆਂ ਆ ਸਾਡੀਆਂ ਸੁਪੀਰੀਅਰ ਵੇਨਾ ਕਾਵਾ ਜੋ ਆ। ਠੀਕ ਆ। ਇਹ ਹੈਗਾ ਸੁਪੀਰੀਅਰ ਵੇਨਾ ਕਾਵਾ। ਫਸਟ ਇਹ ਆ। ਇਨਫੀਰੀਅਰ ਵੇਨਾ ਕਾਵਾ ਜੋ ਸਾਡੇ
ਸੈਕਿੰਡ ਆ ਸੁਪੀਰੀਅਰ ਇਨਫੀਰੀਅਰ, ਠੀਕ ਹੈ। ਹਾਰਟ ਦੇ ਬੋਥ ਸਾਈਡ ਦੇ ਅੱਪਰ ਔਰ ਲੋਅਰ ਸਾਈਡ ਤੇ ਸਾਡੀਆਂ ਵੇਨਸ ਹੁੰਦੀਆਂ ਆ, ਜੋ ਸਾਡੀਆਂ ਮੇਨ ਵੇਨਸ ਆ। ਸੁਪੀਰੀਅਰ ਮੀਨਸ ਸਾਡੇ ਅੱਪਰ ਬੋਡੀ ਤੋਂ ਜੋ ਬਲੱਡ ਕੈਰੀ ਕਰਦੀਆਂ, ਬਟ ਉਹ ਬਲੱਡ ਕਿਹੜਾ ਆ, ਡੀਆਕਸੀਜਨੇਟਡ ਬਲੱਡ ਆ। ਇਨਫੀਰੀਅਰ ਬਿਨਾਂ ਕਾਵਾ ਦੇ ਵਿੱਚ ਜੋ ਕੀ ਆ ਸਾਡਾ ਲੋਅਰ ਬੋਡੀ ਤੋਂ, ਫੋਰ ਐਗਜ਼ਾਮਪਲ ਸਾਡੇ ਲੋਅਰ ਲਿੰਬਸ, ਲੈਗਸ ਤੋਂ, ਸਾਡੇ ਹੋਰ ਔਰਗਨਸ ਜਿਹੜੇ ਨੀਚੇ ਵਾਲੇ ਔਰਗਨਸ ਆ ਉਹਨਾਂ ਤੋਂ ਸਾਡਾ ਡੀਆਕਸੀਜਨੇਟਡ ਬਲੱਡ ਜਿਹੜਾ ਆ ਉਹ ਇਨਫੀਰੀਅਰ ਬਿਨਾਂ ਕਾਵਾ ਜਿਹੜਾ ਕੈਰੀ ਕਰਦਾ ਆ। ਇਹ ਦੋਨੋਂ ਸੁਪੀਰੀਅਰ ਇਨਫੀਰੀਅਰ ਬਿਨਾਂ ਕਾਵਾਸ ਜਿਹੜਾ ਆ ਬਲੱਡ ਡੀਆਕਸੀਜਨੇਟਡ ਬਲੱਡ ਕੈਰੀ ਕਰਕੇ ਕਿੱਥੇ ਐਮਟੀ ਕਰਦਾ ਆ, ਰਾਈਟ ਏਟਰੀਅਮ ਦੇ ਵਿੱਚ, ਜੋ ਸਾਡਾ ਹਾਰਟ ਦਾ ਫਸਟ ਚੈਂਬਰ ਆ, ਠੀਕ ਹੈ। ਹਾਰਟ ਦਾ ਜਿਹੜਾ ਫਸਟ ਚੈਂਬਰ ਆ ਉੱਥੇ ਕੈਰੀ ਕਰਦਾ ਹੈ ਡੀਆਕਸੀਜਨੇਟਡ ਬਲੱਡ। ਇੱਥੋਂ ਜਿਹੜਾ ਬਲੱਡ ਆ ਫਰਦਰ ਮੂਵ ਹੁੰਦਾ ਆ ਰਾਈਟ ਵੈਂਟਰੀਕਲਸ ਦੇ ਵਿੱਚ, ਕਿਹਨਾਂ ਵਾਲਸ ਦੇ ਥਰੂ, ਇੱਥੇ ਜਿਹੜੀਆਂ ਆ ਰਾਈਟ ਏਟਰੀਅਮ ਔਰ ਰਾਈਟ ਵੈਂਟਰੀਕਲਸ ਦੇ ਵਿੱਚ ਦੋ ਇੱਥੇ ਵਾਲਸ ਲੱਗੇ ਹੁੰਦੇ ਆ। ਇਹਨਾਂ ਵਾਲਸ ਨੂੰ ਆਪਾਂ ਕੀ ਕਹਿੰਦੇ ਆ, ਰਾਈਟ ਐਟਰੀਓ ਵੈਂਟਰੀਕਲ ਵਾਲਸ। ਏਟਰੀਓ ਵੈਂਟਰੀਕਲਸ ਇਹ ਦੋ ਏਟਰੀਅਮ ਔਰ ਵੈਂਟਰੀਕਲ ਤੋਂ ਬਣ ਕੇ ਜਿਹੜੇ ਬਣੇ, ਇਹਨਾਂ ਦੇ ਵਿਚਕਾਰ ਜਿਹੜੇ ਉਹਨਾਂ ਨੂੰ ਆਪਾਂ ਵਲਵ ਕਹਿੰਦੇ ਆ। ਰਾਈਟ ਏਟਰੀਅਮ ਵੈਂਟਰੀਕਲ ਵਲਵਸ ਦੇ ਥਰੂ ਜਿਹੜਾ ਬਲੱਡ ਰਾਈਟ ਏਟਰੀਅਮ ਤੋਂ ਰਾਈਟ ਵੈਂਟਰੀਕਲ ਦੇ ਵਿੱਚ ਜਿਹੜਾ ਆ ਉਹ ਪਾਸ ਹੁੰਦਾ ਆ। ਸੋ ਜਿਹੜੀ ਸਾਡੀ ਰਾਈਟ ਸਾਈਡ ਆ ਮੀਨਸ ਉਹ ਸਾਡੇ ਡੀਆਕਸੀਜਨੇਟਡ ਬਲੱਡ ਆ, ਠੀਕ ਹੈ। ਜਿਹੜਾ ਰਾਈਟ ਸਾਈਡ ਆ ਸਾਡਾ ਜਿਹੜਾ ਆ ਉਹ ਡੀਆਕਸੀਜਨੇਟਡ ਬਲੱਡ ਆ, ਜਿਹੜਾ ਸੁਪੀਰੀਅਰ ਵੀਨਾ ਕਾਵਾ ਔਰ ਇਨਫੀਰੀਅਰ ਵੀਨਾ ਕਾਵਾ ਨੇ ਜਿਹੜਾ ਕਿੱਥੇ ਲਿਆਂਦਾ ਹੈ, ਰਾਈਟ ਏਟਰੀਅਮ ਦੇ ਵਿੱਚ, ਰਾਈਟ ਏਟਰੀਅਮ ਤੋਂ ਰਾਈਟ ਵੈਂਟਰੀਕਲ ਦੇ ਵਿੱਚ। ਨੈਕਸਟ ਜਿਹੜਾ ਰਾਈਟ ਵੈਂਟਰੀਕਲ ਤੋਂ ਸਾਡਾ ਬਲੱਡ ਆ ਜਿਹੜਾ ਉਹ ਪਲਮਨਰੀ ਆਰਟਰੀਜ਼ ਦੇ ਥਰੂ ਲੰਗਸ ਦੇ ਵਿੱਚ ਜਾਣਾ ਆ। ਹੁਣ ਸਾਡੀਆਂ ਇੱਥੇ ਪਲਮਨਰੀ ਆਰਟਰੀਜ਼ ਆ ਜਿਹੜੀਆਂ ਉਹ ਵੀ ਰਾਈਟ ਔਰ ਲੈਫਟ ਆ, ਠੀਕ ਹੈ। ਆ ਸਾਡੀਆਂ, ਠੀਕ ਹੈ। ਇੱਥੇ ਕੀ ਆ, ਰਾਈਟ ਵੈਂਟਰੀਕਲ ਤੋਂ ਸਾਡਾ ਜਿਹੜਾ ਬਲੱਡ ਆ ਉਹ ਅੱਗੇ ਕਿੱਥੇ ਗਿਆ ਆ, ਪਲਮਨਰੀ ਆਰਟਰੀਜ਼ ਦੇ ਵਿੱਚ ਚਲ ਗਿਆ। ਪਲਮਨਰੀ ਆਰਟਰੀਜ਼ ਦੇ ਤੋਂ ਇੱਥੇ ਜਿਹੜਾ ਅੱਗੇ ਸਾਡੇ ਆ ਉਹ ਇੱਥੇ ਲੰਗਸ ਕਨੈਕਟ ਹੁੰਦੇ ਆ ਥਰੂ ਕੈਪਿਲਰੀਜ਼ ਔਰ ਅਨਦਰ, ਠੀਕ ਆ। ਹੋਰ ਅੱਗੇ ਇਹਦੇ ਨਾਲ ਕਨੈਕਟ ਹੁੰਦੇ ਆ। ਫਿਰ ਲੰਗਸ ਦੇ ਵਿੱਚ ਅੱਗੇ ਕੀ ਹੁੰਦਾ ਹੈ, ਡੀਆਕਸੀਜਨੇਟਡ ਬਲੱਡ ਸਾਡਾ ਲੰਗਸ ਦੇ ਵਿੱਚ ਚਲ ਗਿਆ। ਲੰਗਸ ਦੇ ਵਿੱਚ ਕੀ ਹੋਣਾ ਆ ਇੱਥੇ, ਫਿਰ ਥਰੂ ਡਿਫਿਊਜ਼ਨ ਪ੍ਰੋਸੈਸ ਜਿਹੜਾ ਆ ਸਾਡਾ ਇੱਥੇ ਗੈਸਿਸ ਐਕਸਚੇਂਜ ਹੋਣੀਆਂ ਆ, ਠੀਕ ਹੈ। ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਰਿਲੀਜ਼ ਹੋ ਜਾਣੀ ਬਲੱਡ ਦੇ ਵਿੱਚੋਂ, ਔਰ ਆਕਸੀਜਨ ਜਿਹੜੀ ਆ ਉਹ ਕੀ ਆ, ਅਬਜ਼ੌਰਬ ਕਰ ਲਈ ਜਾਣੀ ਆ। ਔਰ ਉਹ ਫਿਰ ਜਿਹੜਾ ਸਾਡਾ ਹੁਣ ਇੱਥੇ ਬਲੱਡ ਸਾਡਾ ਜਿਹੜਾ ਆਕਸੀਜਨੇਟਡ ਹੋ ਗਿਆ, ਆਕਸੀਜਨੇਟਡ ਬਲੱਡ ਜਿਹੜਾ ਆ ਹੁਣ ਲੰਗਸ ਤੋਂ ਇੱਥੇ ਸਾਡੇ ਲੈਫਟ ਪਲਮਨਰੀ ਵੇਨ ਦੇ ਥਰੂ ਜਿਹੜਾ ਆ, ਲੈਫਟ ਪਲਮਨਰੀ ਵੇਨ ਔਰ ਰਾਈਟ ਪਲਮਨਰੀ ਵੇਨਸ ਦੇ ਥਰੂ ਜਿਹੜਾ ਹੈ ਬਲੱਡ ਸਾਡੇ ਲੈਫਟ ਏਟਰੀਅਮ ਦੇ ਵਿੱਚ ਆ ਜਾਣਾ ਹੈ। ਲੈਫਟ ਏਟਰੀਅਮ ਤੋਂ ਫਰਦਰ ਜਿਹੜਾ ਸਾਡਾ ਬਲੱਡ ਆ ਉਹ ਪਾਸ ਕਿੱਥੇ ਹੋਣਾ ਹੈ, ਲੈਫਟ ਵੈਂਟਰੀਕਲਸ ਦੇ ਵਿੱਚ। ਇੱਥੇ ਵੀ ਸਾਡੇ ਵਲਵਸ ਹੁੰਦੇ ਆ, ਲੈਫਟ ਏਟਰੀਓ ਵੈਂਟਰੀਕਲ ਵਲਵਸ ਦਾ ਇੱਥੇ ਕੀ ਕੰਮ ਆ, ਸਾਡਾ ਜਿਹੜਾ ਬਲੱਡ ਆ ਉਹ ਬੈਕ ਫਲੋ ਨਾ ਹੋਵੇ ਉਹਨੂੰ ਇਹ ਰੋਕਦੇ ਆ ਇੱਥੇ। ਇਸ ਕਰਕੇ ਰਾਈਟ ਏਟਰੀਅਮ ਤੋਂ ਲੈਫਟ ਏਟਰੀਅਮ ਤੋਂ ਲੈਫਟ ਵੈਂਟਰੀਕਲ ਦੇ ਵਿੱਚ ਸਾਡਾ ਜਿਹੜਾ ਹੁਣ ਆਕਸੀਜਨੇਟਡ ਬਲੱਡ ਆ ਗਿਆ। ਇੱਥੋਂ ਸਾਡਾ ਬਲੱਡ ਜਿਹੜਾ ਫਰਦਰ ਕੀ ਜਾਣਾ ਆ, ਏਓਰਟਾ ਵਿੱਚ ਜਾਣਾ ਆ, ਜੋ ਕਿ ਏਓਰਟਾ ਦੇ ਵਿੱਚ ਹੁਣ ਕੀ ਆ, ਸਾਡਾ ਆਕਸੀਜਨੇਟਡ ਬਲੱਡ ਆ। ਸੋ ਇਹ ਫਰਦਰ ਜਿਹੜਾ ਆ ਸਾਡੀ ਬੋਡੀ ਦੇ ਵਿੱਚ ਔਰ ਸਾਰੇ ਔਰਗਨਸ ਦੇ ਵਿੱਚ ਆਕਸੀਜਨੇਟਡ ਬਲੱਡ ਸਾਡਾ ਇਦਾਂ ਫਲੋ ਕਰਦਾ ਆ। ਸੋ ਨੈਕਸਟ ਠੀਕ ਆ, ਆਪਾਂ ਹੁਣ ਇਹ ਬਲੱਡ ਜਿਹੜਾ ਫਲੋ ਜਿਹੜਾ ਬਲੱਡ ਦਾ ਹੁੰਦਾ ਆ ਇਹਨੂੰ ਆਪਾਂ ਕਿੱਦਾਂ ਮੇਜ਼ਰ ਕਰਦੇ ਆ, ਬਲੱਡ ਪ੍ਰੈਸ਼ਰ, ਠੀਕ ਹੈ। ਬਲੱਡ ਪ੍ਰੈਸ਼ਰ ਜਿਹੜਾ ਆਪਾਂ ਉਹ ਕਿੱਦਾਂ ਮੇਜ਼ਰ ਕਰਦੇ ਆ ਆਪਣਾ ਬਲੱਡ ਪ੍ਰੈਸ਼ਰ, ਇਹ ਦੋ ਟਰਮਸ ਦੇ ਵਿੱਚ ਹੁੰਦਾ ਆ, ਸਿਸਟੋਲਿਕ ਔਰ ਡਾਇਆਸਟੋਲਿਕ। ਸਿਸਟੋਲਿਕ ਮੀਨਸ ਹੁੰਦਾ ਆ ਕੰਟਰੈਕਸ਼ਨ ਔਰ ਡਾਇਆਸਟੋਲਿਕ ਮੀਨਸ ਰਿਲੈਕਸੇਸ਼ਨ, ਠੀਕ ਹੈ। ਆਪਾਂ ਬਲੱਡ ਪ੍ਰੈਸ਼ਰ ਕਿੱਦਾਂ ਮੇਜ਼ਰ ਕਰਦੇ ਆ, ਬਲੱਡ ਪ੍ਰੈਸ਼ਰ ਸਾਡੀ ਆਰਟਰੀਜ਼ ਦੇ ਵਿੱਚ ਜੋ ਬਲੱਡ ਦਾ ਪ੍ਰੈਸ਼ਰ ਆ ਉਹਨੂੰ ਆਪਾਂ ਮੇਜ਼ਰ ਕਰਦੇ ਹਾਂ, ਉਹਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਆ, ਠੀਕ ਹੈ। ਜਿਹੜਾ ਪ੍ਰੈਸ਼ਰ ਮੇਜ਼ਰ ਕਰਦੇ ਆ ਉਹਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਆ। ਤੇ ਉਹ ਕਿੱਦਾਂ ਪ੍ਰੈਸ਼ਰ ਮੇਜ਼ਰ ਕਰਦੇ ਆ, ਜਦੋਂ ਸਾਡੇ ਵੈਂਟਰੀਕਲਸ ਜਿਹੜੇ ਆ ਕੰਟਰੈਕਟ ਹੁੰਦੇ ਆ, ਠੀਕ ਹੈ। ਉਸ ਪ੍ਰੈਸ਼ਰ ਨੂੰ ਆਪਾਂ ਕੀ ਕਹਿੰਦੇ ਆ, ਸਿਸਟੋਲਿਕ ਪ੍ਰੈਸ਼ਰ। ਜਦੋਂ ਸਾਡੇ ਵੈਂਟਰੀਕਲਸ ਰਿਲੈਕਸ ਹੁੰਦੇ ਆ ਉਹਨੂੰ ਆਪਾਂ ਡਾਇਆਸਟੋਲਿਕ ਪ੍ਰੈਸ਼ਰ ਕਹਿੰਦੇ ਆ।
ਸੋ ਠੀਕ ਆ। ਸਾਡਾ ਸਿਸਟੋਲਿਕ ਔਰ ਡਾਇਸਟੋਲਿਕ ਪ੍ਰੈਸ਼ਰ ਜਿਹੜਾ ਉਹ ਆਪਾਂ ਨਾਰਮਲੀ ਕਿੰਨਾ ਕਰਦੇ ਹਾਂ। ਸਿਸਟੋਲਿਕ ਜਿਹੜਾ 120 mm ਆਫ Hg ਮੇਜਰ ਕਰਦੇ ਹਾਂ, ਠੀਕ ਆ। ਇਹ ਹੈਗਾ ਸਿਸਟੋਲਿਕ ਸਾਡਾ। ਡਾਇਸਟੋਲਿਕ ਕਿੰਨਾ ਹੁੰਦਾ 80 mm ਆਫ Hg, ਠੀਕ ਆ। ਇਹ ਸਾਡਾ ਕੀ ਆ ਨਾਰਮਲ ਰੇਂਜ ਆਫ ਬਲੱਡ ਪ੍ਰੈਸ਼ਰ, ਠੀਕ ਹੈ। ਇਹ ਸਾਡਾ ਨਾਰਮਲ ਰੇਂਜ ਆਫ ਬਲੱਡ ਪ੍ਰੈਸ਼ਰ ਆ। ਸੋ ਇੰਸਟਰੂਮੈਂਟ ਜਿਹੜਾ ਆਪਾਂ ਇੰਸਟਰੂਮੈਂਟ ਯੂਜ਼ ਕਰਦੇ ਆ, ਜਿਹੜਾ ਆਪਾਂ ਬਲੱਡ ਪ੍ਰੈਸ਼ਰ ਨੂੰ ਮੇਜਰ ਕਰਨ ਦੇ ਲਈ, ਉਹ ਆਪਾਂ ਕਿਹੜਾ ਕਰਦੇ ਆ ਸਫਿਗਮੋਮੈਨੋਮੀਟਰ, ਠੀਕ ਹੈ। ਸਫਿਗਮੋਮੈਨੋਮੀਟਰ ਦੇ ਥਰੂ ਆਪਾਂ ਜਿਹੜਾ ਬਲੱਡ ਪ੍ਰੈਸ਼ਰ ਮੇਜਰ ਕਰਦੇ ਆ। ਸੋ ਅੱਜ ਕੱਲ੍ਹ ਜਿਹੜੇ ਆ, ਜੇ ਆਪਾਂ ਜਿਹੜਾ ਮੈਨੂਅਲੀ ਕਰਦੇ ਆ ਬਲੱਡ ਪ੍ਰੈਸ਼ਰ ਚੈੱਕ, ਉਹ ਸਫਿਗਮੋਮੈਨੋਮੀਟਰ ਦੇ ਨਾਲ ਸਾਨੂੰ ਸਟੈਥੋਸਕੋਪ ਦੀ ਵੀ ਲੋੜ ਹੁੰਦੀ ਆ। ਬਟ ਅੱਜ ਕੱਲ੍ਹ ਜਿਹੜੇ ਆ ਬਹੁਤ ਤਰ੍ਹਾਂ ਦੇ ਜਿਹੜੇ ਆ ਆਟੋਮੈਟਿਕ ਆ ਗਏ ਆ ਬਲੱਡ ਪ੍ਰੈਸ਼ਰ, ਉਹਦੇ ਵਿੱਚ ਸਾਨੂੰ ਸਟੈਥੋਸਕੋਪ ਦੀ ਲੋੜ ਨਹੀਂ ਪੈਂਦੀ। ਸੋ ਇਟਸ ਆਲ ਅਬਾਊਟ ਆਰ ਹਿਊਮਨ ਹਾਰਟ। ਸੋ ਥੈਂਕ ਯੂ।